put your hands together. 1 2 3 hit it hard. ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਬੰਦਾ ਕੈਨੇਡਾ ਦੇ ਵਿੱਚ ਆਉਂਦਾ ਜਾਂ ਹਲੇ ਉਹਨੇ ਆਉਣਾ ਹੀ ਹੁੰਦਾ, ਪਹਿਲਾਂ ਹੀ ਇਹ ਸੋਚਣ ਲੱਗ ਜਾਂਦਾ ਵੀ ਉੱਥੇ ਜਾ ਕੇ ਕਿਹੜੀ ਗੱਡੀ ਮੈਂ ਬਾਏ ਕਰਨੀ ਹੈ, ਕਿਉਂਕਿ ਕੈਨੇਡਾ ਇੱਕ ਅਜਿਹਾ ਦੇਸ਼ ਆ ਉਰੇ ਕਿਸੇ ਸ਼ਹਿਰਾਂ ਦੇ ਵਿੱਚ ਬੱਸਾਂ ਬਹੁਤ ਜ਼ਿਆਦਾ ਘੱਟ ਚੱਲਦੀਆਂ ਨੇ ਤੇ ਵਿੰਟਰ ਇੰਨੀ ਹਾਰਸ਼ ਆ ਉਰੇ ਦੀ, ਸਨੋ ਪੈਣ ਲੱਗ ਜਾਂਦੀ ਆ। ਉਹ ਟਾਈਮ ਦੇ ਵਿੱਚ ਜੇ ਆਪਣੀ ਗੱਡੀ ਹੋਵੇ ਉਹਦੀ ਵਰਗੀ ਰੀਸ ਨਹੀਂ ਹੈਗੀ। ਇਸੇ ਕਰਕੇ ਬਹੁਤੇ ਸਟੂਡੈਂਟ ਜਾਂ ਕੋਈ ਵੀ ਨਵਾਂ ਇਮੀਗ੍ਰੈਂਟ ਆਉਂਦਾ, ਪਹਿਲਾਂ ਉਹਦੀ ਕੋਸ਼ਿਸ਼ ਰਹਿੰਦੀ ਆ ਵੀ ਉਹ ਕਾਰ ਲਵੇ। ਹਾਲਾਂਕਿ ਕਈ ਬੰਦੇ ਬਹੁਤ ਨਹੀਂ ਵੀ ਲੈਂਦੇ ਕਾਰ, ਜਿਵੇਂ ਮੈਂ ਨਹੀਂ ਲਈ ਸੀਗੀ। ਉਹ ਟਾਈਮ ਦੇ ਵਿੱਚ ਉਬਰ ਈਟਸ ਵਗੈਰਾ ਇਹਨਾਂ ਦਾ ਘੱਟ ਟਰੈਂਡ ਹੁੰਦਾ ਸੀਗਾ, ਪਰ ਅੱਜ ਕੱਲ੍ਹ ਤਾਂ ਮੋਸਟਲੀ ਜਿੰਨੇ ਬੱਚੇ ਆਉਂਦੇ ਆ ਉਹਨਾਂ 'ਚੋਂ ਲਾਈਕ ਕੁਛ ਬੱਚੇ ਤਾਂ ਆਉਂਦੀ ਸਾਰੀ ਕਾਰ ਲੈ ਲੈਂਦੇ ਆ ਜਿਹਦੀ ਜੇਬ ਅਫੋਰਡ ਕਰਦੀ ਆ। ਤੇ ਜੇ ਸੱਚੀ ਉਹ ਦੇਖਿਆ ਜਾਵੇ ਨਾ, ਗੱਡੀ ਕੈਨੇਡਾ ਦੇ ਵਿੱਚ ਬੰਦੇ ਦੀ ਲਾਈਫ ਇੰਨੀ ਕੁ ਜ਼ਿਆਦਾ ਸੌਖੀ ਕਰ ਸਕਦੀ ਆ ਜੇ ਤੁਹਾਡੀ ਜੇਬ ਅਫੋਰਡ ਕਰਦੀ ਆ। ਆਪਣੀ ਜੇਬ ਤੋਂ ਵੱਧ ਕੇ ਕੋਈ ਖਰਚਾ ਨਹੀਂ ਆਪਾਂ ਕਰਨਾ ਹੈਗਾ। ਸੋ ਮੈਂ ਵੀ ਇਸੇ ਚਾਹ ਦੇ ਵਿੱਚ ਜੀ ਪਹਿਲਾਂ ਗੱਡੀ ਲਈ ਸੀਗੀ ਉਰੇ ਮਸਟੈਂਗ। ਮੈਂ ਬਾਹਲੀ ਵਧੀਆ ਚਲਾਈ, ਬਾਹਲੀ ਵਧੀਆ ਚੱਲੀ ਗੱਡੀ। ਇਸੇ ਤਰ੍ਹਾਂ ਮੈਂ ਇੰਡੀਆ ਵੀ ਗੱਡੀ ਲਈ ਤੇ ਹੁਣ ਆਪਾਂ ਆਪਣੀ ਤੀਜੀ ਗੱਡੀ ਲੈਣ ਜਾ ਰਹੇ ਹਾਂ ਜੀ। ਆਪਣੀ ਗੱਡੀ ਬੁੱਕ ਕਰਾਈ ਹੋਈ ਆ, ਉਹਦੇ ਬਾਰੇ ਮੈਂ ਬਾਅਦ ਚੋਂ ਗੱਲ ਕਰੂੰਗਾ, ਪਰ ਮੈਂ ਤੁਹਾਨੂੰ ਕੈਨੇਡਾ ਦੀ ਮਾਰਕੀਟ ਦੇ ਬਾਰੇ ਦੱਸਦਾ। ਜੇ ਆਪਾਂ ਥੋੜ੍ਹੇ ਸਾਲ ਪਹਿਲਾਂ ਚਲੀ ਜਾਈਏ ਨੇ, ਪੈਂਡੇਮਿਕ ਦੇ ਵਿੱਚ ਜਦੋਂ ਕਰੋਨਾ ਸੀ ਜਾਂ ਉਦੋਂ ਵੀ ਥੋੜ੍ਹੇ ਸਾਲ ਪਹਿਲਾਂ ਚਲੀ ਜਾਈਏ, ਤਾਂ ਉਰੇ ਗੱਡੀਆਂ 0% ਇੰਟਰਸਟ ਰੇਟ ਦੇ ਉੱਤੇ ਮਿਲਦੀਆਂ ਹੁੰਦੀਆਂ ਸੀਗੀਆਂ। ਜਿਵੇਂ ਚਾਹੇ ਤੁਸੀਂ ਹੋਂਡਾ ਵਾਲਿਆਂ ਦੇ ਜਾਣਾ, ਹੁੰਡਾਈ ਵਾਲਿਆਂ ਦੇ ਜਾਣਾ, ਜਿੱਥੇ ਵੀ ਜਾਣਾ, ਜਾਣੀ ਜੇ ਇੰਟਰਸਟ ਰੇਟ ਵੀ ਸੀਗਾ ਉਹ ਬਹੁਤ ਘੱਟ ਪਰਸੈਂਟੇਜ ਸੀਗੀ। ਚਾਹੇ ਤੁਸੀਂ ਪੁਰਾਣੀ ਗੱਡੀ ਵੀ ਲੈਣੀ ਆ ਨਾ, ਉਹਨਾਂ ਕੁ ਇੰਟਰਸਟ ਰੇਟ ਮੈਂ ਥੋੜ੍ਹਾ ਜਿਹਾ ਹੁੰਦਾ ਸੀਗਾ। ਪਰ ਅੱਜ ਦੀ ਮਾਰਕੀਟ ਜਮਾਂ ਚੇਂਜ ਹੋ ਚੁੱਕੀ ਆ। ਗੱਡੀਆਂ ਦੀ ਸ਼ਾਰਟੇਜ ਕਹਿ ਲਓ, ਚਿਪਸ ਦੀ ਸ਼ਾਰਟੇਜ ਕਹਿ ਲਓ, ਜਾਂ ਕੁਛ ਮਰਜ਼ੀ ਕਹਿ ਲਓ। ਗੱਡੀਆਂ ਪਹਿਲਾਂ ਤਾਂ ਵੇਟਿੰਗ ਹੀ ਤੁਹਾਨੂੰ 4 ਤੋਂ 6 ਮਹੀਨੇ ਜਾਂ 6 ਤੋਂ ਵੀ ਵੱਧ ਮਹੀਨੇ ਲੱਗ ਰਹੇ ਨੇ ਜੇ ਤੁਸੀਂ ਗੱਡੀ ਲੈਣੀ ਆ। ਕੋਈ ਡੀਲਰਸ਼ਿਪ ਹੈਗੀ ਹੈ, ਜੇ ਕਿਸੇ ਨੇ ਗੱਡੀ ਬੁੱਕ ਕੀਤੀ ਹੋਈ ਸੀ ਤਾਂ ਉਹ ਕੈਂਸਲ ਹੋ ਗਈ ਤਾਂ ਉਹ ਕਿਸੇ ਬੰਦੇ ਨੂੰ ਉਹ ਛੇਤੀ ਅਵੇਲੇਬਲ ਕਰਵਾ ਦਿੰਦੇ ਆ। ਸੋ ਅੱਜ ਦੀ ਮਾਰਕੀਟ ਨੂੰ ਮੈਂ ਥੋੜ੍ਹੇ ਜਿਹੇ ਸ਼ਬਦਾਂ 'ਚ ਸਮੇਟ ਦਿੰਦਾ ਵਾ। ਪਹਿਲਾਂ ਅੱਜ ਦੀ ਮਾਰਕੀਟ ਦੇ ਵਿੱਚ ਗੱਡੀ ਉਹ ਨਹੀਂ ਮਿਲਦੀ ਹੈਗੀ ਜੀ। ਨਵੀਂ ਗੱਡੀ ਲੈਣੀ ਆ ਤੁਹਾਨੂੰ ਵੇਟ ਕਰਨੀ ਪੈਣੀ ਆ। ਵੇਟਿੰਗ ਪੀਰੀਅਡ 6 ਤੋਂ 8 ਮਹੀਨਿਆਂ ਦਾ, 4 ਤੋਂ 8 ਮਹੀਨਿਆਂ ਦਾ ਹੈਗਾ ਵਾ। ਦੂਜਾ, ਅੱਜ ਜੇ ਤੁਸੀਂ ਗੱਡੀ ਲੈਣੀ ਆ, ਫਾਈਨੈਂਸ ਕਰਾਉਣੀ ਆ ਜਾਂ ਲੀਜ਼ 'ਤੇ ਲੈਣੀ ਆ, ਤੁਹਾਨੂੰ ਬਹੁਤ ਹੀ ਜ਼ਿਆਦਾ ਮਹਿੰਗੀ ਪੈਣੀ ਆ। ਇੰਟਰਸਟ ਰੇਟ ਵੱਧਦਾ, ਉਸੇ ਹਿਸਾਬ ਨਾਲ ਮੈਂ ਲੈ ਰਿਹਾ ਵਾ ਹੁਣ। ਪਰ ਇਹੀ ਹਿਸਾਬ ਆ, ਜੇ ਤੁਸੀਂ ਕੈਸ਼ ਚੱਕਣੀ ਆ ਉਹ ਗੱਲ ਵੱਖਰੀ ਆ। ਜਿਵੇਂ ਮੈਂ ਮਸਟੈਂਗ ਪਹਿਲਾਂ ਕੈਸ਼ ਚੱਕੀ ਸੀਗੀ, ਉਹਦੇ ਹਿਸਾਬ ਨਾਲੋਂ ਜੇ ਹੁਣ ਗੱਡੀ ਮਤਲਬ ਬੰਦਾ ਕੈਸ਼ ਚੱਕੇ ਤਾਂ ਉਹਨੂੰ ਵੱਧ ਫਾਇਦਾ, ਕਿਉਂਕਿ ਇੰਟਰਸਟ ਰੇਟ 5 ਤੋਂ 7 ਦੇ ਵਿੱਚ ਕੰਪਨੀਆਂ ਦੇ ਰਹੀਆਂ ਨੇ ਇੰਟਰਸਟ ਰੇਟ। ਅਤੇ ਗੱਡੀ ਜੇ ਅੱਜ ਲੈਣੀ ਆ ਤੁਸੀਂ, ਇੱਦਾਂ ਵੀ ਆ ਵੀ ਮੁੰਡਾ ਗਿਆ, ਉਹਨੇ ਹੈ ਨਾ ਗੱਡੀ ਲੈਣੀ ਸੀਗੀ, ਉਹਨੂੰ ਮਿਲ ਨਹੀਂ ਰਹੀ ਹੈਗੀ। ਸੇਮ ਹੀ ਉਹਨਾਂ ਕੋਲੇ ਕਿਸੇ ਨੇ ਮਤਲਬ ਰੀਸੇਲ 'ਤੇ ਲਾਈ ਹੋਈ ਆ, ਚੱਲੀ ਹੋਈ 500-600 ਕਿਲੋਮੀਟਰ। ਉਹ ਗੱਡੀ ਜਿਹੜੀ ਪੁਰਾਣੀ ਗੱਡੀ ਆ ਉਹ ਨਵੀਂ ਗੱਡੀ ਨਾਲੋਂ $5,000 ਤੋਂ $6,000, ਇੱਥੋਂ ਤੱਕ ਕਿ $7,000-8,000 ਮਹਿੰਗੀਆਂ ਵੀ ਵਿਕ ਰਹੀਆਂ ਨੇ। ਚਾਹੇ ਉਹ ਟੈਸਲਾ ਦੀ ਮਾਡਲ ਵਾਈ ਹੋਵੇ। ਨਵੀਂ ਮੈਂ ਦੇਖ ਰਿਹਾ ਸੀਗਾ ਬਣਾ ਕੇ ਹੈ ਨਾ, ਕਨਫੀਗਰ ਕਰਕੇ 82,000 ਖਰੀ 92,000 ਦੀ ਬਣਦੀ ਸੀ। ਜੇ ਆਪਾਂ ਪੁਰਾਣੀ ਲੈਣੀ ਆ 1000 ਕਿਲੋਮੀਟਰ ਜਾਂ 2000 ਕਿਲੋਮੀਟਰ ਚੱਲੀ ਤਾਂ ਉਹ ਗੱਡੀ $10,000 ਤੱਕ ਮਹਿੰਗੀ ਲੋਕਾਂ ਨੇ ਲਾਈ ਹੋਈ ਆ, ਤੇ ਉਹ ਗੱਡੀਆਂ ਹੱਸ ਕੇ ਵਿਕ ਰਹੀਆਂ ਨੇ। ਸੋ ਇਹ ਮਾਰਕੀਟ ਦੀ ਸਿਚੁਏਸ਼ਨ ਆ ਜੀ। ਅੱਜ ਪੁਰਾਣੀ ਗੱਡੀ ਜੇ ਤੁਸੀਂ ਵੇਚਣੀ ਆ ਤਾਂ ਸਭ ਤੋਂ ਵਧੀਆ ਤੁਹਾਡੇ ਲਈ ਮਾਰਕੀਟ ਆ। ਪਰ ਜੇ ਪੁਰਾਣੀ ਵੇਚ ਕੇ ਤੁਸੀਂ ਫੇਰ ਨਵੀਂ ਗੱਡੀ ਲੈਣੀ ਆ, ਫਿਰ ਤੁਸੀਂ ਸੇਮ ਮਾਰਕੀਟ ਦੇ ਵਿੱਚ ਹੀ ਇੱਕ ਤਰੀਕੇ ਦੇ, ਤੇ ਤੁਹਾਨੂੰ ਮੇਬੀ ਹੋਣ ਵਾਲਾ ਜਿਹੜਾ ਇੰਟਰਸਟ ਰੇਟ ਆ ਤੁਹਾਨੂੰ ਜ਼ਿਆਦਾ ਲੱਗੂਗਾ। ਜੇ ਪੁਰਾਣੀ ਦੇ ਕਿਸ਼ਤਾਂ ਚੱਲਦੀਆਂ ਸੀ ਉਹਦੀਆਂ ਇੰਟਰਸਟ ਰੇਟ ਮਤਲਬ ਉਹਦਾ ਘੱਟ ਸੀਗਾ। ਹੁਣ ਜੇ ਆਪਾਂ ਆਪਣੇ ਇੰਡੀਆ ਤੋਂ ਮੁੰਡੇ ਜਿਹੜੇ ਆਉਂਦੇ ਆ ਉਹ ਕਿਹੜੀਆਂ ਗੱਡੀਆਂ ਲੈਂਦੇ ਹੋ ਰਹੇ, ਤਾਂ ਪਹਿਲਾਂ ਤਾਂ ਮਸਲ ਕਾਰ ਹੋ ਗਈ ਹੈ ਨਾ, ਮਸਟੈਂਗ ਹੋ ਗਈ ਆਪਣੀ, ਚਾਰਜਰ, ਚੈਲੰਜਰ, ਕਮੈਰੋ। ਜਿਹਦਾ ਥੋੜ੍ਹਾ ਜਿਹਾ ਵੱਧ ਹੱਥ ਤਕੜਾ ਹੁੰਦਾ ਉਹ ਕਾਰਵੇਟ ਲੈ ਲੈਂਦਾ ਵਾ। ਉਦੋਂ ਬਿਨਾਂ ਬਾਕੀ ਆਪਣੀਆਂ ਗੱਡੀਆਂ ਹੋ ਗਈਆਂ ਜੀ, ਕੈਮਰੀ, ਕਰੋਲਾ, ਜੈਟਾ, ਲੈਂਟਰਾ, ਸੋਨਾਟਾ, ਇਸ ਇਹੋ ਜਿਹੀਆਂ ਮਤਲਬ ਇਹ ਰੇਂਜ ਦੇ ਵਿੱਚ। ਨਿਸਾਨ ਦੀ ਆ ਗਈ, ਸੈਂਟਰਾ। ਇਹ ਰੇਂਜ ਦੇ ਵਿੱਚ ਜਿੰਨੀਆਂ ਵੀ ਮਤਲਬ ਗੱਡੀਆਂ ਆਉਂਦੀਆਂ ਨੇ ਸਾਰੇ ਪਹਿਲਾਂ ਇਹੀ ਗੱਡੀਆਂ ਲੈਂਦੇ ਆ। ਨਿਸਾਨ ਦੀ ਕਿਹੜੀ ਸੀਗੀ ਅਲਟੀਮਾ, ਉਹ ਸਾਰੀਆਂ ਹੋ ਗਈਆਂ, ਉਹ ਰੇਂਜ ਹੀ ਆ ਗਈ ਮਤਲਬ। ਤੇ ਅੱਜ ਮੈਂ ਵੈਬਸਾਈਟਸ ਚੈੱਕ ਕਰ ਰਿਹਾ ਸੀਗਾ ਵੀ ਕਿਹੜੀ ਗੱਡੀਆਂ ਨੇ ਮਤਲਬ ਲੋਐਸਟ ਪ੍ਰਾਈਸ ਨੇ। ਮੈਂ ਬਹੁਤ ਸਾਰੀਆਂ ਗੱਡੀਆਂ ਕੱਢ ਲਈਆਂ, ਉਹਦੇ ਉੱਤੇ ਮੈਂ ਅਲੱਗ ਵੀਡੀਓ ਬਣਾਊਂਗਾ, ਪਰ ਮੈਂ ਤੁਹਾਨੂੰ ਸਭ ਤੋਂ ਸਸਤੀਆਂ ਦਿਖਾ ਦਿੰਦਾ ਵੀ ਕਿਹੜੀਆਂ ਗੱਡੀਆਂ ਨੇ ਜਿਨ੍ਹਾਂ ਦਾ ਸਭ ਤੋਂ ਘੱਟ ਪ੍ਰਾਈਸ ਲੱਗਿਆ ਹੋਇਆ ਵਾ। ਸੋ ਮੈਂ ਸਾਰੀਆਂ ਵੈਬਸਾਈਟਸ ਚੈੱਕ ਕੀਤੀਆਂ ਸੀਗੀਆਂ ਵੀ ਜਿਨ੍ਹਾਂ ਦੀ ਵੈਬਸਾਈਟ ਦੇ ਉੱਤੇ ਸਭ ਤੋਂ ਘੱਟ ਪ੍ਰਾਈਸ ਲੱਗਿਆ ਹੋਇਆ। ਜੇ ਤੁਹਾਨੂੰ ਇਹ ਤੋਂ ਵੀ ਕੋਈ ਘੱਟ ਪ੍ਰਾਈਸ ਵਾਲੀ ਗੱਡੀ ਹੈਗੀ ਆ ਜਿਹੜੀ ਕੈਨੇਡਾ ਦੇ ਵਿੱਚ ਨਵੀਂ ਬਣ ਰਹੀ ਹੈ, ਨਵੀਆਂ ਗੱਡੀਆਂ ਦੀ ਗੱਲ ਕਰ ਰਿਹਾ ਮੈਂ, ਜਿਹੜੀ ਤੁਸੀਂ ਨਵੀਂ ਲੈ ਸਕਦੇ ਹੋ, 22 ਮਾਡਲ ਜਾਂ 23 ਮਾਡਲ। ਤੇ ਸਭ ਤੋਂ ਜਿਹੜੀ ਸਸਤੀ ਮੈਨੂੰ ਗੱਡੀ ਦਿਖੀ ਜੀ ਉਹ ਹੈਗੀ ਆ ਕੀਆ ਦੀ ਰੀਓ ਗੱਡੀ। ਤੇ ਆਹ ਦੇਖ ਲਓ, $17,395 ਦੀ ਸਟਾਰਟਿੰਗ ਹੋ ਜਾਂਦੀ ਆ। ਬਾਕੀ ਇਹਦੇ ਅੱਗੇ ਡਿਫਰੈਂਟ ਮਾਡਲਸ ਹੋਣਗੇ, ਪਰ ਇਹ ਥੋੜ੍ਹੀ ਛੋਟੀ ਗੱਡੀ ਆ। ਮੈਂ ਗੈਲਰੀ ਦੇ ਵਿੱਚ ਤੁਹਾਨੂੰ ਗੱਡੀ ਦਿਖਾ ਦਿੰਦਾ ਜੀ ਕਿਹੋ ਜਿਹੀ ਗੱਡੀ ਆ। ਸੋ ਵੈਸੇ ਇੰਟੀਰੀਅਰ ਤਾਂ ਕੀਆ ਦਾ ਸੋਹਣਾ ਹੀ ਹੁੰਦਾ ਵਾ। ਇਹੋ ਜਿਹੀ ਗੱਡੀ ਹੈ, ਟੌਪ ਮਾਡਲ ਦੀਆਂ ਮੋਸਟਲੀ ਇਹਨਾਂ ਨੇ ਫੋਟੋਆਂ ਪਾਈਆਂ ਹੁੰਦੀਆਂ ਨੇ। ਸੋ ਉਦੋਂ ਬਿਨਾਂ ਜੀ ਹੋਰ ਕੀਆ ਦੀਆਂ ਹੋਰ ਗੱਡੀਆਂ ਆ ਗਈਆਂ। ਸੈਲਟੋਸ ਵੀ ਸਸਤੀ ਹੋਈ, ਇੰਨੀ ਮਹਿੰਗੀ ਨਹੀਂ ਹੈਗੀ ਉਹਦੇ। ਕੀਆ ਸੋਲ ਵੀ ਸਸਤੀ ਆ। ਸੋ ਪਰ ਜੇ ਸਭ ਤੋਂ ਸਸਤੀ ਦੇਖੀਏ ਤਾਂ ਕੀਆ ਦੀ ਆਹ ਗੱਡੀ ਆ ਜੀ, 17,395। ਉਹਨਾਂ ਵਾਸਤੇ ਦੱਸ ਰਿਹਾ ਜੇ ਇਹਨੇ ਨਵੀਂ ਗੱਡੀ ਲੈਣੀ ਚਾਹੁੰਦਾ ਵਾ, ਜਿਹੜਾ ਅੱਜ ਦੀ ਮਾਰਕੀਟ ਦੇ ਵਿੱਚ ਸਭ ਤੋਂ ਸਸਤੀ ਗੱਡੀ ਇਹ ਆ। ਹਿੰਡਾਈ ਦੀ ਵੈਨਿਊ ਵੀ ਆ, ਇੱਦਾਂ ਤਾਂ ਬਹੁਤ ਸਸਤੀਆਂ ਨੇ। ਨਿਸਾਨ ਦੀ ਸੈਂਟਰਾ ਹੋ ਗਈ, ਅਤੇ ਜਿਹੜੀ ਦੂਜੀ ਮੈਨੂੰ ਸਭ ਤੋਂ ਸਸਤੀ ਗੱਡੀ
ਵੈਬਸਾਈਟ ਦੇ ਉੱਤੇ ਲੱਗੀ ਜੇ ਤੁਸੀਂ ਨਵੀਂ ਲੈਣੀ ਆ, ਉਹ ਹੈਗੀ ਹੈ ਜੀ ਨਿਸਾਨ ਵਰਸਾ। ਤੇ ਆਹ ਗੱਡੀ ਤੁਸੀਂ ਦੇਖ ਸਕਦੇ ਹੋ, ਪ੍ਰੋਪਰ ਸਡਾਨ ਆ, ਜਿੱਦਾਂ ਦੀ ਸਡਾਨ ਹੁੰਦੀ ਆ। ਇਹਦੀ ਗੈਲਰੀ 'ਚ ਆਪਾਂ ਜਾ ਕੇ ਦੇਖ ਸਕਦੇ ਹਾਂ। ਇਹ ਉਰੇ ਕੀਆ ਰੀਓ ਤੋਂ ਵੀ ਸਸਤੀ ਲੱਗੀ ਹੋਈ ਆ। ਲਓ, ਜਿੱਦਾਂ ਦੀ ਇੰਡੀਆ ਦੇ ਵਿੱਚ ਗੱਡੀਆਂ ਹੁੰਦੀਆਂ ਨੇ ਉੱਦਾਂ ਦੀ ਗੱਡੀ ਆ ਪ੍ਰੋਪਰ। ਆਹ ਕਲਰਸ ਦਿੱਤੇ ਹੋਏ ਨੇ, ਆਹ ਇਹਦਾ ਇੰਟੀਰੀਅਰ ਦਿੱਤਾ ਹੋਇਆ ਵਾ। ਸੋ ਤੁਸੀਂ ਦੇਖ ਸਕਦੇ ਹੋ। ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਲਈਏ ਜੇ ਕਿਸੇ ਨੇ ਨਵੀਂ ਗੱਡੀ ਲੈਣੀ, ਸਟੂਡੈਂਟ ਨੇ। ਬਾਕੀ ਤਾਂ ਆਪਣੀਆਂ ਸਾਰੀਆਂ ਹੈਗੀਆਂ ਨੇ ਜੀ, ਅਲਾਂਟਰਾ, ਕਰੋਲਾ ਜਿਹੜੀਆਂ ਹੈ ਸਟਾਰਟਿੰਗ ਦੇ ਵਿੱਚ। ਉੱਧਰੋਂ ਵੈਨਿਊ ਵੀ ਕਾਫੀ ਸਸਤੀ ਆ ਜਾਂਦੀ ਆ, ਪਰ ਵੈਨਿਊ ਦੀ ਕੁਆਲਿਟੀ ਤੁਸੀਂ ਦੇਖ ਲਓ ਵੀ ਕਿੱਦਾਂ ਦੀ ਕੁਆਲਿਟੀ ਆ, ਕਿੱਦਾਂ ਦੀ ਬਣੀ ਹੋਈ ਆ। ਕਿ ਨਿਸਾਨ ਦੀ ਕਿਕਸ ਆ ਗਈ। ਬਾਕੀ ਮੈਂ ਤੁਹਾਨੂੰ ਉਹਦੇ ਟੋਇਟਾ ਕਰੋਲਾ ਦਿਖਾ ਕੇ ਲਿਆ ਸੀ, ਉਹ 24-25 ਹਜ਼ਾਰ ਤੋਂ, ਹੈ ਨਾ। ਮਤਲਬ ਉਹਦਾ ਜੇ ਪ੍ਰਾਈਸ ਦੇਖੀਏ ਵੈਬਸਾਈਟ ਦੇ ਉੱਤੇ ਤਾਂ ਇੰਨਾ ਕੁ ਹੋਊਗਾ। ਫਿਰ ਇੱਕ ਟੋਇਟਾ ਦੀ CHR, ਇੱਦਾਂ ਬਹੁਤ ਗੱਡੀਆਂ ਨੇ, ਪਰ ਇਹ ਮੈਂ ਤੁਹਾਨੂੰ ਦਿਖਾਤੀਆਂ ਵੀ ਇਹ ਸੀਗੀਆਂ ਸਭ ਤੋਂ ਸਸਤੀ। ਹੋਰ ਗੱਲ ਦੱਸਦਾ ਜੀ, ਜੇ ਤੁਸੀਂ ਅੱਜ ਕਿਸੇ ਵੀ ਡੀਲਰਸ਼ਿਪ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਉਹਨਾਂ ਵਧੀਆ ਟਰੀਟ ਨਹੀਂ ਕੀਤਾ ਜਾਂਦਾ। ਇਹ ਮੈਂ ਫੀਲ ਕੀਤਾ ਵਾ। ਕਿਸੇ ਵੀ, ਮੈਂ ਸਾਰੀਆਂ ਡੀਲਰਸ਼ਿਪਾਂ ਉਰੇ ਘੁੰਮੀਆਂ, ਸਾਰੀਆਂ ਗੱਡੀਆਂ ਹੀ ਦੇਖੀਆਂ, ਹੈ ਨਾ। ਤੇ ਮੈਨੂੰ ਲੱਗਿਆ ਵੀ ਜੇ ਮੈਂ, ਹੈ ਨਾ, ਪਹਿਲਾਂ ਹੁੰਦਾ ਸੀ, ਪਹਿਲਾਂ ਬੰਦੇ ਨੂੰ ਪੁੱਛਦੇ ਸੀ ਕੀ ਹਿਸਾਬ ਕਿਤਾਬ ਆ। ਹੁਣ ਉਹਨਾਂ ਕੋਲੇ ਗੱਡੀਆਂ ਹੀ ਨਹੀਂ ਹੈਗੀਆਂ, 6-6 8-8 ਮਹੀਨੇ ਦੀ ਵੇਟ ਆ, ਤੇ ਲੋਕ ਗੱਡੀਆਂ ਲੈਣ ਨੂੰ ਇੰਨੇ ਜ਼ਿਆਦਾ ਤਿਆਰ ਹੋਏ ਪਏ ਨੇ। ਇਸ ਕਰਕੇ ਉਹ ਬਾਹਲਾ ਮਤਲਬ ਬੰਦੇ ਕਹਿੰਦੀ ਧਿਆਨ ਨਹੀਂ ਦਿੰਦੇ ਹੈਗੇ। ਉਹ ਵੀ ਕੀ ਕਰਨ ਹੁਣ, ਮਤਲਬ ਉਹਨਾਂ ਦੀ ਵੀ ਇੱਦਾਂ ਦਾ ਹੀ ਬਣਿਆ ਪਿਆ ਵਾ। ਮਾਰਕੀਟ ਦੇ ਵਿੱਚ ਗੱਡੀਆਂ ਜਾਨੀ ਘੱਟ ਨੇ। ਨਵੀਂ ਗੱਡੀ ਲੈਣੀ ਇੱਕ ਤਾਂ ਔਖੀ ਆ, ਦੂਜੀ ਉਹ ਨਵੀਆਂ ਗੱਡੀਆਂ ਮਹਿੰਗੀਆਂ ਵੀ ਨੇ। ਜੇ ਤੁਸੀਂ 22 ਮਾਡਲ ਲਵੋਗੇ ਨਵਾਂ, ਉਹ ਸਸਤਾ ਵਾ। ਜਿਹੜੀ ਮੈਂ ਵੀ ਗੱਡੀ ਆਪਣੀ ਬੁੱਕ ਕਰਾਈ ਸੀ, ਉਹਦਾ ਪਹਿਲਾਂ ਮੈਂ 22 ਮਾਡਲ ਬੁੱਕ ਕਰਾਇਆ ਸੀਗਾ, ਠੀਕ ਆ, 2022। ਫਿਰ ਮੈਂ 2023 ਮਾਡਲ ਜਾਨੂੰ ਉਹਨਾਂ ਦਾ ਆ ਗਿਆ, ਫਿਰ ਮੈਂ ਉਹ ਬੁੱਕ ਕਰਾਤਾ। ਇਸ ਕਰਕੇ ਮੇਰਾ ਵੇਟਿੰਗ ਪੀਰੀਅਡ ਥੋੜ੍ਹਾ ਜਿਹਾ ਹੋਰ ਵੱਧ ਗਿਆ, ਕਿਉਂਕਿ ਨਵੀਂ ਗੱਡੀਆਂ ਹਾਲੇ ਪ੍ਰੋਡਕਸ਼ਨ ਉਹਦੀ ਸ਼ੁਰੂ ਵੀ ਨਹੀਂ ਹੋਈ ਸੀਗੀ। ਸੋ ਮੈਂ ਕਿਹਾ 22 ਕਾਹਤੋਂ ਲੈਣੀ ਆ, ਹੁਣ ਵੇਟ ਤਾਂ ਕਰ ਹੀ ਰਹੇ ਹਾਂ, ਥੋੜ੍ਹੀ ਜਿਹੀ ਹੋਰ ਵੇਟ ਕਰਕੇ ਆਪਾਂ 23 ਮਾਡਲ ਹੀ ਲੈ ਲੈਂਦੇ ਹਾਂ। ਤੇ 23 ਮਾਡਲ ਇਹ ਗੱਡੀ ਦਾ ਮਹਿੰਗਾ, ਚਾਹੇ ਉਹ ਆਪਾਂ ਕੀਆ ਰੀਓ ਦਾ ਦੇਖ ਲਈਏ, ਜਿਹੜੀ ਮਰਜ਼ੀ ਤੁਸੀਂ ਗੱਡੀ ਦੇਖ ਲਿਓ, ਜਿਹੜਾ ਨਵਾਂ ਮਾਡਲ ਆਉਂਦਾ ਉਹਨਾਂ ਨੇ $1000-2000 ਵੱਧ ਮਹਿੰਗਾ ਹੀ ਰੱਖਿਆ ਵਾ। ਉੱਪਰੋਂ 'ਚ ਇੰਟਰਸਟ ਰੇਟ ਹੋਣਾ ਇੰਨਾ ਵਾ। ਮੈਂ ਹੋਂਡਾ ਦੀ CR-V ਦੇਖਣ ਗਿਆ ਸੀਗਾ, ਉਹ ਗੱਡੀ ਮੈਨੂੰ ਉਸੇ ਦਿਨ ਅਵੇਲੇਬਲ ਸੀਗੀ 2 ਕਲਰਾਂ ਦੇ ਵਿੱਚ, ਬਲੈਕ ਤੇ ਵਾਈਟ ਦੇ ਵਿੱਚ। ਪਰ ਉਹ ਮੈਨੂੰ ਇੰਟਰਸਟ ਰੇਟ ਲਾ ਰਹੇ ਸੀਗੇ ਆਪਣਾ 6 ਪੁਆਇੰਟ ਸਮਥਿੰਗ ਲਾ ਰਹੇ ਸੀ। ਤੇ ਉਹ ਗੱਡੀ ਮਤਲਬ ਖਾਸੀ ਵੱਡੀ ਕਿਸ਼ਤੀ ਬਣ ਰਹੀ ਸੀ ਉਹਦੀ, 22 ਵੀਕਲੀ 400 ਖਨੀ। ਮੇਰੇ ਕੋਲ ਹੈਗਾ ਪੇਪਰ ਜਿਹਾ ਸਾਰਾ, ਹੈ ਨਾ। ਤੇ ਮਤਲਬ ਸਾਰੀਆਂ ਗੱਡੀਆਂ ਦੇ ਅੱਜ ਕੱਲ੍ਹ ਇਹ ਹਿਸਾਬ ਹੈ। ਇਸ ਕਰਕੇ ਜੇ ਤੁਸੀਂ ਹੁਣ ਗੱਡੀ ਬਾਏ ਕਰਨੀ ਆ ਤਾਂ ਭਾਈ ਹੁਣ ਤੁਸੀਂ ਬੁਰੀ ਮਾਰਕੀਟ ਦੇ ਵਿੱਚ ਬਾਏ ਕਰ ਰਹੇ ਹੋ। ਇਹਨੂੰ ਹੁਣ ਕਿਸੇ ਵੀ ਹੋਰ ਵਧੀਆ ਵਰਡਸ 'ਚ ਆਪਾਂ ਕਹਿ ਨਹੀਂ ਸਕਦੇ। ਇਸ ਕਰਕੇ ਤੁਹਾਡੀ ਜਿਹੜੀ ਨਗੋਸ਼ੀਏਟਿੰਗ ਪਾਵਰ ਆ ਉਹ ਬਹੁਤ ਘੱਟ ਆ। ਤੁਸੀਂ ਉੱਥੇ ਜਾ ਕੇ ਬਾਹਲੀਆਂ ਚੀਜ਼ਾਂ ਤੁਸੀਂ ਨਗੋਸ਼ੀਏਟ ਨਹੀਂ ਕਰ ਸਕਦੇ ਹੈਗੇ। ਕਿਉਂ? ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਨਹੀਂ ਗੱਡੀਆਂ ਹੈਗੀਆਂ, ਕਸਟਮਰ ਉਹਨਾਂ ਕੋਲ ਲਾਈਨ ਲੱਗੀ ਪਈ। ਇਸ ਕਰਕੇ ਬਾਇਰ ਦੀ ਜਿਹੜੀ ਨਗੋਸ਼ੀਏਸ਼ਨ ਪਾਵਰ ਆ ਉਹ ਘਟੀ ਹੋਈ ਆ ਇਸ ਟਾਈਮ ਦੇ ਉੱਤੇ। ਤੇ ਸੈਲਰ ਆਪਣੀਆਂ ਗੱਡੀਆਂ ਧੜਾ ਧੜ ਆਰਾਮ ਨਾਲ, ਜਿਹਨੇ ਗੱਡੀ ਵੇਚਣੀ ਆ ਉਹ ਪੂਰੇ ਵਧੀਆ ਪ੍ਰਾਈਸ ਤੇ ਵੇਚ ਸਕਦੇ ਆ। ਚਾਹੇ ਉਹਨੇ ਗੱਡੀ 2018 'ਚ ਜਿੰਨੇ ਦੀ ਲਈ ਸੀਗੀ, ਇੰਨੇ ਸਾਲ ਚਲਾ ਕੇ ਵੀ ਅੱਜ ਉਹਨੇ ਪ੍ਰਾਈਸ ਦੇ ਵਿੱਚ ਹੀ ਗੱਡੀ ਵੇਚ ਸਕਦਾ ਵਾ। ਸੋ ਜੇ ਤੁਸੀਂ ਆਉਣ ਵਾਲੇ ਟਾਈਮ 'ਚ ਗੱਡੀ ਲੈਣ ਬਾਰੇ ਸੋਚ ਰਹੇ ਹੋ ਜੀ, ਇੱਕ ਵਾਰੀ ਏਜੰਸੀ ਜਾਇਓ, ਆਪਣੀ ਬੁਕਿੰਗ ਕਰਾ ਦਿਓ, ਕਿਉਂਕਿ ਫਿਰ ਜਦੋਂ ਤੁਹਾਨੂੰ ਵਿਨ ਨੰਬਰ ਮਿਲ ਜਾਂਦਾ ਵਾ, ਤੁਸੀਂ ਆਪਣੀ ਗੱਡੀ ਟਰੈਕ ਕਰ ਸਕਦੇ ਹੋ ਵੀ ਕਿੱਥੇ ਆ ਗਈ। ਸੋ ਉਰੇ ਮੋਸਟਲੀ ਬੁਕਿੰਗ ਦੇ ਹਿਸਾਬ ਨਾਲ ਹੀ ਕੰਮ ਚੱਲਦਾ ਵਾ ਮੋਸਟਲੀ। ਪਰ ਉਰੇ ਵੀ ਇੰਡੀਆ ਵਾਂਗੂ ਚੀਜ਼ਾਂ ਹੈਗੀਆਂ ਨੇ ਭਾਈ, ਪਹਿਲਾਂ ਵੀ ਅਰੇਂਜ ਕਰਵਾ ਦਾਂਗੇ, ਥੋੜ੍ਹਾ ਬਹੁਤਾ ਹੈਗਾ ਵਾ। ਮੈਨੂੰ ਮਾਰਕੀਟ 'ਚੋਂ ਇਹ ਚੀਜ਼ ਪਤਾ ਲੱਗੀ ਆ। ਸੋ ਮੈਂ ਗੱਡੀ ਬੁੱਕ ਕਰਾਤੀ ਸੀ ਜੀ, ਜਦੋਂ ਮੈਂ ਇੰਡੀਆ ਗਿਆ ਸੀ ਉਦੋਂ ਪਹਿਲਾਂ ਕਰਾਤੀ ਸੀ। ਉਦੋਂ ਮੈਂ 22 ਮਾਡਲ ਬੁੱਕ ਕਰਾ ਗਿਆ ਸੀਗਾ। ਉਦੋਂ ਮੈਨੂੰ ਉਹ ਵਾਲਾ ਇੰਟਰਸਟ ਰੇਟ ਲੱਗ ਰਿਹਾ ਸੀਗਾ 22 ਮਾਡਲ ਵਾਲਾ। ਇਹ ਵੀ ਫਰਕ ਅੱਛਾ, ਜੇ ਤੁਸੀਂ 22 ਮਾਡਲ ਲੈਣਾ ਤਾਂ ਤੁਹਾਨੂੰ ਇੰਟਰਸਟ ਰੇਟ ਘੱਟ ਲੱਗੂਗਾ। ਫੋਨ ਆ ਗਿਆ ਜੀ, ਮੈਂ ਭੁੱਲ ਗਿਆ। ਮੈਨੂੰ ਲੱਗਦਾ ਮੈਂ ਕਹਿ ਰਿਹਾ ਸੀਗਾ ਵੀ ਜਿਹੜੀਆਂ 2022 ਦੀਆਂ ਗੱਡੀਆਂ ਨੇ ਉਹ 'ਤੇ ਅਲੱਗ ਇੰਟਰਸਟ ਰੇਟ ਆ, ਉਹ 'ਤੇ ਘੱਟ ਮਿਲ ਰਿਹਾ ਵਾ। ਤੇ ਜੇ ਆਪਾਂ ਨਵੀਂ ਗੱਡੀ ਲੈਂਦੇ ਆ ਉਹਦੇ ਉੱਤੇ ਇੰਟਰਸਟ ਰੇਟ ਵੱਧ ਮਿਲ ਰਿਹਾ ਵਾ। ਫਿਰ ਇਹ ਕੰਪਨੀ ਟੂ ਕੰਪਨੀ, ਡੀਲਰਸ਼ਿਪ ਟੂ ਡੀਲਰਸ਼ਿਪ ਡਿਪੈਂਡ ਕਰਦਾ ਵਾ। ਦੂਜੀ ਚੀਜ਼ ਉਰੇ 2 ਤਰੀਕਿਆਂ ਨਾਲ ਮੋਸਟਲੀ ਬੰਦਾ ਗੱਡੀ ਲੈਂਦਾ ਵਾ, 3 ਹੀ ਲਾ ਲਓ। ਇੱਕ ਤਾਂ ਸਿੱਧੀ ਕੈਸ਼ ਬਾਏ ਕਰ ਲਈ, ਦੂਜੀ ਆ ਗਿਆ ਫਾਈਨੈਂਸਿੰਗ, ਮਤਲਬ ਕਿਸ਼ਤਾਂ ਕਰਾ ਲਈਆਂ ਆਪਾਂ, ਹੈ ਨਾ। ਕਿਸੇ ਬੈਂਕ ਤੋਂ ਵੀ ਕਰਾ ਸਕਦੇ ਹਾਂ, ਚਾਹੇ ਉਹ ਡੀਲਰਸ਼ਿਪ ਹੀ ਆਪਾਂ ਨੂੰ ਫਾਈਨੈਂਸਿੰਗ ਕਰਕੇ ਦੇ ਦੂਗਾ ਨਾ। ਤੀਜਾ ਆਪਸ਼ਨ ਹੁੰਦਾ ਲੀਜ਼ 'ਤੇ ਗੱਡੀ ਲੈ ਲਈ, ਵੀ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਗੱਡੀ ਲੌਂਗ ਟਰਮ ਰੱਖੀਏ। 3 ਸਾਲ ਦੀ ਆਪਾਂ ਲੀਜ਼ ਕਰਾ ਲਈ, 2 ਸਾਲ ਦੀ ਲੀਜ਼ ਕਰਾ ਲਈ, ਉਹ 'ਤੇ ਹੋਰ ਵੀ ਜ਼ਿਆਦਾ ਇੰਟਰਸਟ ਰੇਟ ਲੱਗਦਾ ਵਾ। ਪਰ ਉਹਦੇ ਵਿੱਚ ਐ ਹੁੰਦੀ ਐਂਡ 'ਤੇ ਆਪਾਂ ਨੂੰ ਆਪਸ਼ਨ ਹੁੰਦਾ ਵੀ ਆਪਾਂ ਕੰਪਨੀ ਨੂੰ ਇੰਨੇ ਪ੍ਰਾਈਸ ਚਾਹੇ ਦੁਬਾਰਾ ਗੱਡੀ ਵਾਪਸ ਦੇ ਦਈਏ, ਜਾਂ ਫਿਰ ਆਪਣੇ ਕੋਲੇ ਬਾਏ ਆਊਟ ਦਾ ਆਪਸ਼ਨ ਵੀ ਹੁੰਦਾ ਵੀ ਐਂਡ 'ਤੇ ਆਪਾਂ ਉਹਨਾਂ ਨੇ ਲਿਖ ਦਿੰਦਾ ਗੱਡੀ 'ਤੇ ਵੀ ਉਹਨੇ 17,000 ਦੀ ਵੈਲਿਊ ਆ, ਜੇ ਤੁਸੀਂ ਖਰੀਦਣੀ ਚਾਹੁੰਦੇ ਹੋ ਤੁਸੀਂ ਖਰੀਦ ਵੀ ਸਕਦੇ ਹੋ। ਸੋ ਜਿਹੜੇ ਲੋਕ ਬਿਜ਼ਨਸ ਕਰਦੇ ਆ, ਤੁਸੀਂ ਦੇਖਦੇ ਹੋਵੋਗੇ ਵੀ ਰੇਂਜ ਰੋਵਰ ਸੀਗੀ, ਅਗਲੇ ਸਾਲ ਹੀ ਇਹਨੇ ਪੋਰਸ਼ ਲੈ ਲਈ, ਅਗਲੇ ਸਾਲ ਹੀ ਆਹ ਗੱਡੀ ਲੈ ਲਈ, ਐਵੇਂ ਸਵਿਚ ਕਰਦੇ ਰਹਿੰਦੇ ਆ। ਉਹ ਮੋਸਟਲੀ ਲੀਜ਼ ਕਰਾਉਂਦੇ ਆ ਗੱਡੀਆਂ, ਕਿਉਂਕਿ ਬਿਜ਼ਨਸ ਦੇ ਵਿੱਚ ਜਦੋਂ ਤੁਸੀਂ ਗੱਡੀ ਲੀਜ਼ ਕਰਾਉਂਦੇ ਹੋ ਤੁਹਾਡਾ ਟੈਕਸ ਦੇ ਵਿੱਚ ਰਾਈਟ ਆਫ ਹੋ ਜਾਂਦੀ ਆ, ਉਹਦਾ ਜਿਹੜਾ ਗੱਡੀ ਦਾ ਐਕਸਪੈਂਸ ਹੁੰਦਾ। ਇੱਕ ਲਿਮਿਟ ਤੱਕ ਇਹ ਹੋ ਗਏ 3 ਤਰੀਕੇ ਜਿਹਦੇ ਨਾਲ ਤੁਸੀਂ ਗੱਡੀ ਬਾਏ ਕਰ ਸਕਦੇ ਹੋ। ਅੱਜ ਕੱਲ੍ਹ ਮਾਰਕੀਟ ਦੇ ਵਿੱਚ ਮੈਂ ਦੱਸਿਆ ਵੀ ਨਗੋਸ਼ੀਏਟਿੰਗ ਪਾਵਰ ਘਟੀ ਹੋਈ ਆ। ਤੁਸੀਂ ਬਾਹਰ ਬਾਹਲਾ ਉੱਥੇ ਜਾ ਕੇ ਨਗੋਸ਼ੀਏਟ ਕਰ ਨਹੀਂ ਸਕਦਾ ਹੈਗਾ। ਉਹ ਤਾਂ ਉਹਨਾਂ ਦਾ ਤਾਂ ਕੰਮ ਪਹਿਲਾਂ ਹੀ ਬਹੁਤ ਚੱਲ ਰਿਹਾ ਗੱਡੀ ਵਾਲਿਆਂ ਦਾ, ਗੱਡੀਆਂ ਉਹਨਾਂ ਕੋਲੇ ਹੈ ਨਹੀਂ। ਪਰ ਹੌਲੀ ਹੌਲੀ ਦੇਖੋ ਇਹ ਮਾਰਕੀਟ ਅੱਗੇ ਨਾਲੋਂ ਥੋੜ੍ਹੀ ਮੈਨੂੰ ਲੱਗਦਾ ਬਿਹਤਰ ਹੋ ਰਹੀ ਹੈ। ਇੱਕ ਟਾਈਮ ਉਹ ਸੀ ਜਿੱਥੇ 0% ਦੇ ਉੱਤੇ ਤੁਸੀਂ ਐਲੈਂਟਰਾ, ਕਰੋਲਾ, ਇਹ ਗੱਡੀਆਂ ਤੁਸੀਂ ਆਰਾਮ ਨਾਲ 0% 'ਤੇ ਲੈ ਸਕਦੇ ਸੀਗੇ। ਮਤਲਬ ਇਹ ਆਪ ਕਹਿੰਦੇ ਹੁੰਦੇ ਸੀ ਭਾਈ ਸਾਡੇ ਤੋਂ ਗੱਡੀ ਲੈ ਜਾਓ, ਇਹ ਸਾਰੀਆਂ ਕੰਪਨੀ। ਬਾਕੀ ਜਦੋਂ ਤੁਸੀਂ ਗੱਡੀ ਲੈਣੀ ਇਹ ਵੀ ਚੀਜ਼ ਦੇਖ ਲਿਓ ਵੀ ਜਿਵੇਂ ਕੁਛ ਗੱਡੀਆਂ ਹੈਗੀਆਂ ਨੇ ਜਿਨ੍ਹਾਂ ਦੀ ਇੰਸ਼ੋਰੈਂਸ ਥੋੜ੍ਹੀ ਜਿਹੀ ਮਹਿੰਗੀ ਪੈਂਦੀ ਹੈ, ਜਿਵੇਂ
ਹੋਂਡਾ ਦੀ ਹੋ ਗਈ, ਆਪਣੀ ਸਿਵਿਕ ਹੋ ਗਈ ਨਾ, ਇਹਨਾਂ ਗੱਡੀਆਂ 'ਚ ਥੋੜ੍ਹੀ ਜਿਹੀ ਇੰਸ਼ੋਰੈਂਸ ਮਹਿੰਗੀ ਪੈਂਦੀ ਆ। ਬਾਕੀ ਗੱਡੀਆਂ ਦੇ ਬ੍ਰਾਂਡ ਸਾਰੇ ਵਧੀਆ ਨੇ ਜੀ। ਅੱਜ ਕੱਲ੍ਹ ਟੈਕਨੋਲੋਜੀ ਸਾਰਿਆਂ 'ਚ ਹੀ ਸਿਰੇ ਆ। ਜੇ ਤੁਸੀਂ ਧੱਕੜ ਗੱਡੀਆਂ ਲੈਣੀਆਂ ਨੇ ਤਾਂ ਟੋਇਟਾ, ਹੋਂਡਾ, ਉਦੋਂ ਬਾਅਦ ਸਾਰੀਆਂ ਬਰਾਬਰੀ ਨੇ ਕੰਮ। ਉਦੋਂ ਬਾਅਦ ਜਿਹੜੀ ਮਰਜ਼ੀ ਲੈ ਲਓ, ਕੀਆ, ਹੁੰਡਈ, ਤੁਸੀਂ ਆਪਣੀ ਮਾਜ਼ਦਾ, ਨਿਸਾਨ। ਹੁਣ ਕਿਸੇ ਨੂੰ ਕਿਸੇ ਗੱਡੀ 'ਚ ਪ੍ਰੋਬਲਮ ਆ ਰਹੀ ਹੈ, ਕਿਸੇ ਨੂੰ ਕਿਸੇ ਗੱਡੀ 'ਚ ਪ੍ਰੋਬਲਮ ਆ ਰਹੀ ਹੈ। ਪਰ ਜਦੋਂ ਤੁਸੀਂ ਨਵੀਂ ਗੱਡੀ ਲੈਂਦੇ ਹੋ ਤਾਂ ਪਹਿਲੇ 3 ਸਾਲ ਜਾਂ ਲੱਖ ਕਿਲੋਮੀਟਰ ਜਾਂ 60,000 ਕਿਲੋਮੀਟਰ ਤੱਕ ਮੋਸਟਲੀ ਹਰੇਕ ਕੰਪਨੀ ਗਾਰੰਟੀ ਦਿੰਦੀ ਆ। ਸੋ ਜਦੋਂ ਨਵੀਂ ਗੱਡੀ ਲੈਣੀ ਆ ਫਿਰ ਤੁਸੀਂ ਕੋਈ ਵੀ ਗੱਡੀ ਲੈ ਸਕਦੇ ਹੋ। ਜੇ ਤੁਸੀਂ 3 ਸਾਲ ਦੇ ਵਿਦਿਨ ਵੇਚ ਹੀ ਦੇਣੀ ਆ, ਹੈ ਨਾ, ਤਾਂ ਐਡਾ ਕੋਈ ਚੱਕਰ ਨਹੀਂ ਹੈਗਾ ਵੀ ਟੋਇਟਾ ਜਾਂ ਹੋਂਡਾ ਹੀ ਤੁਸੀਂ ਲੈਣੀ ਆ। ਪਰ ਜੇ ਤੁਸੀਂ ਲੌਂਗ ਟਰਮ ਦੇ ਵਿੱਚ ਗੱਡੀ ਲੈਣੀ ਆ ਫਿਰ ਤੁਹਾਨੂੰ ਸੋਚਣਾ ਪੈਂਦਾ ਵਾ। ਪਰ ਹੁਣ ਜਿਹੜੇ ਕੀਆ ਹੋ ਗਏ, ਹੁੰਡਾਈ ਹੋ ਗਏ, ਇਹ ਬ੍ਰਾਂਡ ਨੇ, ਇਹ ਇੰਨੇ ਘੱਟ ਪੈਸਿਆਂ ਦੇ ਵਿੱਚ ਇੰਨੇ ਜ਼ਿਆਦਾ ਫੀਚਰ ਦੇ ਰਹੇ ਨੇ। ਗੱਡੀਆਂ ਅੰਦਰੋਂ ਵੀ ਸੋਹਣੀਆਂ ਨੇ, ਬਾਹਰੋਂ ਵੀ ਸੋਹਣੀਆਂ ਨੇ, ਅਤੇ ਰਿਲਾਇਬਿਲਿਟੀ ਦੇ ਵਿੱਚ ਹੁਣ ਟੋਇਟਾ, ਪਰ ਉਹ ਅੰਦਰੋਂ ਥੋੜ੍ਹੀ ਜਿਹੀ ਦੇਸੀ ਆ। ਸੋ ਬੜਾ ਕਨਫਿਊਜ਼ਿੰਗ ਆ ਗੱਡੀ ਲੈਣੀ, ਇੰਨੀ ਜ਼ਿਆਦਾ ਕਨਫਿਊਜ਼ਿੰਗ ਆ। ਪਹਿਲਾਂ ਕੰਪਨੀ ਡਿਸਾਈਡ ਕਰਨੀ, ਉਹਦੇ ਵਿੱਚੋਂ ਗੱਡੀ ਡਿਸਾਈਡ ਕਰਨੀ, ਫਿਰ ਗੱਡੀਆਂ ਦੇ ਵੀ ਗਾਹਾਂ ਮਾਡਲ ਹੁੰਦੇ ਆ ਵੀ ਆਹ ਬੇਸ ਮਾਡਲ ਆ, ਬੇਸ ਟ੍ਰਿਮ ਆ, ਆਹ ਪ੍ਰੈਫਰਡ ਜਾਂ ਪ੍ਰੀਮੀਅਮ ਟ੍ਰਿਮ ਆ, ਆਹ ਇਹਦਾ ਸਭ ਤੋਂ ਹਾਈ ਕਲਾਸ ਟ੍ਰਿਮ ਆ। ਫਿਰ ਉਹ ਸਿਲੈਕਟ ਕਰਨਾ, ਫਿਰ ਉਹਦਾ ਕਲਰ ਸਿਲੈਕਟ ਕਰਨਾ, ਇੰਟੀਰੀਅਰ ਕਲਰ ਸਿਲੈਕਟ ਕਰਨਾ। ਪਰ ਇਸ ਵਾਰੀ ਜਦੋਂ ਮੈਂ ਗੱਡੀ ਲਈ ਸੀ ਜੀ, ਮੈਂ ਸਾਰੀਆਂ ਏਜੰਸੀਆਂ 'ਚ ਗਿਆ ਅਤੇ ਮੈਂ ਸਾਰੀਆਂ ਗੱਡੀਆਂ ਜਿੰਨੀਆਂ ਮੈਨੂੰ ਲੱਗੀਆਂ ਮੈਂ ਉਹ ਦੇਖੀਆਂ ਸਾਰੀਆਂ ਗੱਡੀਆਂ। ਉਹਨਾਂ 'ਚੋਂ ਜਿਹੜੀ ਮੈਨੂੰ ਪਸੰਦ ਆਈ, ਮੈਂ ਥੋੜ੍ਹਾ ਇੰਟੀਰੀਅਰ ਦਾ ਫੈਨ ਆ, ਪਰ ਜਿਹੜੀ ਹੁਣ ਮੈਂ ਗੱਡੀ ਲਈ ਆ ਉਹਦਾ ਐਕਸਟੀਰੀਅਰ ਵੀ ਸੋਹਣਾ ਵਾ, ਅਤੇ ਮੈਂ ਉਹ ਗੱਡੀ ਮੈਂ ਦੇਖਿਆ, ਮੈਂ ਉਹ ਬੁੱਕ ਕਰਾਤੀ। ਫਿਰ ਮੇਰੇ ਮਨ 'ਚ ਸੈਕਿੰਡ ਆਊਟ ਹੋਇਆ, ਫਿਰ ਮੈਂ ਸਾਰੀਆਂ ਗੱਡੀਆਂ ਦੇਖ ਕੇ ਆਇਆ। ਫਿਰ ਮੈਂ ਪਰ ਜਾ ਕੇ ਜਦੋਂ ਉਹਦੇ ਵਿੱਚ ਬੈਠਿਆ, ਮੈਨੂੰ ਯਾਰ ਉਹ ਲੱਗੀ ਵੀ ਹਾਂ ਜਿਹੜੀ ਚੀਜ਼ਾਂ ਮੈਨੂੰ ਚਾਹੀਦੀਆਂ, ਜਿਵੇਂ ਦੀ ਗੱਡੀ ਮੈਨੂੰ ਚਾਹੀਦੀ ਅੰਦਰੋਂ, ਉਹ ਉੱਦਾਂ ਦੀ ਉਹ ਗੱਡੀ ਆ। ਸੋ ਆਪਾਂ ਗੱਡੀ ਬੁੱਕ ਕਰਾਈ ਹੈ ਜੀ। 1-2 ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਰਿਵੀਲ ਕਰ ਦੇਣੀ ਆ ਵੀ ਕਿਹੜੀ ਗੱਡੀ ਆ। ਕਈਆਂ ਨੇ ਤਾਂ ਅੰਦਾਜ਼ਾ ਲਾ ਦੇਣਾ ਕੌਮੈਂਟ ਸੈਕਸ਼ਨ ਦੇ ਵਿੱਚ, ਪਰ ਤੁਸੀਂ ਆਪਣਾ ਗੈਸ ਲਾਇਓ ਵੀ ਕਿਹੜੀ ਗੱਡੀ ਆਪਾਂ ਬੁੱਕ ਕਰਾਈ ਹੋਈ ਆ। ਕਿਤੇ ਐਵੇਂ ਨਾ ਕਰਨ ਲੱਗ ਜਾਓ ਜੀ ਵੈਗਨ ਜਾਂ ਰੇਂਜ ਰੋਵਰ ਜਾਂ ਕੁਛ ਐਡੀ ਗੱਡੀ ਨਹੀਂ ਹੈਗੀ ਆਪਣੀ। ਆਪਾਂ ਨੂੰ ਇੱਕ ਫੈਮਿਲੀ ਗੱਡੀ ਚਾਹੀਦੀ ਸੀ, ਆਪਾਂ ਫੈਮਿਲੀ ਦੇ ਹਿਸਾਬ ਨਾਲ ਆਪਣੀ ਗੱਡੀ ਲਈ ਆ। ਮਸਟੈਂਗ ਤਾਂ ਹੀ ਵੇਚੀ ਸੀ ਕਿਉਂਕਿ ਹੁਣ ਫੈਮਿਲੀ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਔਖਾ ਹੋ ਗਿਆ ਸੀਗਾ। ਸੋ ਆਪਾਂ ਗੱਡੀ ਤੁਹਾਨੂੰ ਛੇਤੀ ਹੀ ਦਿਖਾ ਦਾਂਗੇ, ਪਰ ਤੁਸੀਂ ਕੌਮੈਂਟ ਸੈਕਸ਼ਨ ਦੇ ਵਿੱਚ ਗੈਸ ਜ਼ਰੂਰ ਕਰਿਓ। ਅਤੇ ਤੁਸੀਂ ਦੱਸਿਓ ਵੀ ਜਦੋਂ ਤੁਸੀਂ ਕੈਨੇਡਾ ਆਏ ਸੀਗੇ ਤਾਂ ਤੁਹਾਡੀ ਪਹਿਲੀ ਗੱਡੀ ਕਿਹੜੀ ਸੀ, ਜਾਂ ਤੁਸੀਂ ਜਦੋਂ ਕੈਨੇਡਾ ਆਉਣਾ ਤਾਂ ਤੁਸੀਂ ਪਹਿਲੀ ਗੱਡੀ ਆਪਣੀ ਕਿਹੜੀ ਲੈਣੀ ਆ। ਗੱਡੀ ਆਪਣੀ ਆ ਰਹੀ ਹੈ ਜੀ ਸੂਨ। ਫਿਰ ਮੈਂ ਘਰ ਤੋਂ ਵਧੀਆ ਬਾਹਰ ਨਿਕਲ ਸਕਦਾ ਵਾਂ, ਥੋੜ੍ਹਾ ਬਹੁਤਾ ਘੁੰਮ ਸਕਦਾ ਵਾ, ਤੁਹਾਨੂੰ ਵੀ ਨਾਲ ਘੁਮਾਵਾਂਗੇ ਅਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਸਾਰਿਆਂ ਨੂੰ ਲਵ ਯੂ, ਟੇਕ ਕੇਅਰ ਅਤੇ ਬਾਏ ਜੀ।